ਅਦਬ ਦੇ ਰੰਗ, ਅਦਬ ਦੇ ਰੰਗ, ਆਓ ਆਪਾਂ ਮਾਣੀਏ, ਆਓ ਆਪਾਂ ਮਾਣੀਏ ਇੱਕ ਦੂਸਰੇ ਦੇ ਸੰਗ। ਅਦਬ ਦੇ ਰੰਗ, ਅਦਬ ਦੇ ਰੰਗ, ਅਦਬ ਦੇ ਰੰਗ, ਅਦਬ ਦੇ ਰੰਗ। ਬਹੁਤ ਹੀ ਸਤਿਕਾਰਯੋਗ ਦੋਸਤੋ, ਅਦਾਰਾ ਪ੍ਰਵਾਸ ਵੱਲੋਂ ਚਲਾਏ ਜਾ ਰਹੇ ਅਦਬ ਦੇ ਰੰਗ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅਦਬ ਦੇ ਇਸ ਰੰਗ ਦੇ ਵਿੱਚ ਅੱਜ ਜੋ ਰੰਗ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਉਹ ਰੰਗ ਹੈ ਮੈਡਮ ਰਾਜਵਿੰਦਰ ਕੌਰ ਜਟਾਣਾ ਹੋਰਾਂ ਦਾ। ਦੋ ਕਿਤਾਬਾਂ ਆਹਟ ਅਤੇ ਚੰਨ ਅਜੇ ਦੂਰ ਹੈ ਦੇ ਰੂਪ ਦੇ ਵਿੱਚ ਮੈਡਮ ਰਾਜਵਿੰਦਰ ਕੌਰ ਜਟਾਣਾ ਸ਼ਬਦਾਂ ਦੇ ਸੰਗ ਮਹਿਕਦੀ ਹੈ, ਸ਼ਬਦਾਂ ਦੇ ਸੰਗ ਚਹਿਕਦੀ ਹੈ, ਸ਼ਬਦਾਂ ਦੇ ਸੰਗ ਰੁਮਕਦੀ ਹੈ, ਸ਼ਬਦਾਂ ਦੇ ਸੰਗ ਸਿਸਕਦੀ ਹੈ, ਖੇਡਦੀ ਹੈ, ਜੂਝਦੀ ਹੈ ਤੇ ਆਪਣੇ ਅੰਦਰਲੇ ਨੂੰ ਜ਼ੁਬਾਨ ਦਿੰਦੀ ਹੈ। ਉਸ ਲਈ ਅਦਬ ਆਪਣੇ ਆਪ ਦੇ ਨਾਲ ਸੰਵਾਦ ਹੈ। ਉਸ ਕੋਲ ਜਜ਼ਬਿਆਂ ਦੀ ਬਹੁਤ ਖੂਬਸੂਰਤ ਜ਼ੁਬਾਨ ਹੈ। ਜਦ ਸ਼ਬਦ ਉਸਦੇ ਬੂਹੇ ਤੇ ਆਹਟ ਦਿੰਦੇ ਹਨ, ਜਦ ਸ਼ਬਦਾਂ ਦੀ ਉਸਦੇ ਬੂਹੇ ਤੇ ਆਹਟ ਹੁੰਦੀ ਹੈ ਤਾਂ ਲਿਖਦੀ ਹੈ, ਇਹ ਰੂਹ ਸ਼ਬਦਾਂ ਵਿੱਚ ਮੋਈ, ਇੰਜ ਕਿਤਾਬ ਬਣੀ, ਮੈਂ ਅੱਖਰ ਅੱਖਰ ਹੋਈ, ਇੰਜ ਕਿਤਾਬ ਬਣੀ। ਧਰਤੀ ਜਿਉਂ ਪਰਿਕਰਮਾ ਕਰਦੀ ਏ ਸੂਰਜ ਦੀ, ਇਉਂ ਖਿਆਲਾਂ ਦੇ ਵਿੱਚ ਖੋਈ, ਇੰਜ ਕਿਤਾਬ ਬਣੀ। ਮੈਂ ਗੀਤਾਂ ਨੂੰ ਹਮਰਾਸ ਬਣਾਇਆ ਖੁਸ਼ੀਆਂ ਦਾ, ਗਲ ਗਜ਼ਲਾਂ ਦੇ ਲਗ ਰੋਈ, ਇੰਜ ਕਿਤਾਬ ਬਣੀ। ਉਸ ਲਈ ਹੰਝੂ, ਹੌਂਕੇ, ਚਾਅ, ਖੁਸ਼ੀਆਂ ਸਭ ਕੁਝ ਗਜ਼ਲਾਂ, ਨਜ਼ਮਾਂ ਤੇ ਗੀਤਾਂ ਦਾ ਵਸੀਲਾ ਹਨ। ਇਸ ਲਈ ਉਹ ਲਿਖਦੀ ਹੈ ਕਿ ਯਾਦਾਂ ਵਿੱਚ ਜਦ ਘਿਰ ਜਾਂਦਾ ਹਾਂ, ਹੰਝੂ ਹਾਂ ਬਸ ਘਿਰ ਜਾਂਦਾ ਹਾਂ। ਟਹਿਣੀ ਲੱਗਾ ਸੁੱਕਾ ਪੱਤਰ, ਕਦ ਤੱਕ ਟਿਕਣਾ ਗਿਰ ਜਾਂਦਾ ਹਾਂ। ਸ਼ਮਕ ਸੱਜਣ ਦੀ ਸਹਿੰਦਾ ਜਾਵਾਂ, ਟੁੱਟ ਨਾ ਜਿੰਨਾ ਚਿਰ ਜਾਂਦਾ ਹਾਂ। ਬੇਸ਼ੱਕ ਰੁੱਸ ਕੇ ਲੱਖ ਬਖਾਵਾਂ, ਮੀਤ ਮਨਾਵੇ ਬਿਰ ਜਾਂਦਾ ਹਾਂ। ਸ਼ਬਦਾਂ ਦੀ ਇਸ ਆਹਟ ਤੋਂ ਬਾਅਦ ਜਦ ਉਹ ਅਦਬ ਦੇ ਸਾਗਰ ਦੇ ਵਿੱਚ ਡੂੰਘਾ ਉਤਰਦੀ ਹੈ ਤਾਂ ਗਜ਼ਲਾਂ, ਗੀਤ, ਨਜ਼ਮਾਂ, ਹਾਈਕੂ ਉਸਦੀ ਸੋਹਜ ਸਿਰਜਣਾ ਦਾ ਸਰਨਾਵਾ ਬਣ ਜਾਂਦੇ ਹਨ। ਤਾਂ ਉਸਨੂੰ ਹਮੇਸ਼ਾ ਇਹ ਅਹਿਸਾਸ ਹੁੰਦਾ ਹੈ ਕਿ ਚੰਨ ਅਜੇ ਦੂਰ ਹੈ। ਤੇ ਉਸਦੀ ਅਗਲੀ ਕਿਤਾਬ ਚੰਨ ਅਜੇ ਦੂਰ ਹੈ ਦੇ ਤਹਿਤ ਉਹ ਲਿਖਦੀ ਹੈ ਕਿ ਹਵਾਵਾਂ ਨੂੰ ਜਰਾ ਆਖੋ ਹਨੇਰੀ ਬਣ ਕੇ ਆਵਣਾ, ਅਜੇ ਚੰਨ ਦੂਰ ਹੈ ਮੈਥੋਂ ਚਿਰਾਗਾਂ ਨੂੰ ਬੁਝਾਵਣਾ। ਜੇ ਛੋਹਾਂ ਬਾਤ ਪਿਆਰਾਂ ਦੀ ਹੁੰਗਾਰਾ ਵੀ ਨਹੀਂ ਭਰਦੇ, ਬੁਝਾਰਤ ਬਣ ਗਏ ਐਸੀ ਕਿ ਹੁਣ ਬੁੱਝੇ ਹੀ ਜਾਵਣਾ। ਜੇ ਮਨ ਉਕਤਾ ਜਿਹਾ ਜਾਂਦਾ ਤਾਂ ਰਿਸ਼ਤੇ ਭਾਰ ਬਣ ਜਾਂਦੇ, ਇਹ ਦੇਣਾ ਸਾਥ ਉਮਰਾਂ ਦਾ ਜੋ ਦੋ ਘੜੀਆਂ ਲੰਘਾਵਣ। ਮੈਡਮ ਰਾਜਵਿੰਦਰ ਕੌਰ ਜਟਾਣਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਦਬ ਦੇ ਰੰਗ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਸ਼ੁਰੂ ਕਰਦੇ ਹਾਂ ਤੁਹਾਡੇ ਜੀਵਨ ਸਫ਼ਰ ਬਾਰੇ ਤੇ ਤੁਹਾਡੇ ਰਚਨਾਤਮਕ ਸਫ਼ਰ ਬਾਰੇ। ਤੇ ਮੇਰਾ ਪਹਿਲਾ ਸਿੱਧਾ ਸਵਾਲ ਇਹ ਹੈ ਕਿ ਤੁਹਾਡਾ ਪਰਿਵਾਰਕ ਪਿਛੋਕੜ ਕੀ ਹੈ ਤੇ ਤੁਸੀਂ ਸ਼ਾਇਰੀ ਵੱਲ ਕਿਵੇਂ ਆਏ? ਹਾਂਜੀ ਡਾਕਟਰ ਸਾਹਿਬ, ਮੇਰੇ ਪਰਿਵਾਰ ਦੇ ਵਿੱਚ ਮੇਰੇ ਪਤੀ ਦੇਵ ਸਰਦਾਰ ਜਗਪਾਲ ਸਿੰਘ ਜੀ ਜਟਾਣਾ, ਮੇਰਾ ਬੇਟਾ ਰਿਪਨਜੀਤ ਜਟਾਣਾ ਤੇ ਬੇਟੀ ਸਾਵਨਦੀਪ। ਅਸੀਂ ਚਾਰੋਂ ਪਰਿਵਾਰਕ ਮੈਂਬਰ ਹਾਂ ਤੇ ਬਾਕੀ ਮੇਰੇ ਜਿਹੜੇ ਪੇਰੈਂਟਸ ਨੇ, ਮੰਮੀ ਡੈਡੀ, ਉਹ ਵੀ ਇੱਥੇ ਹੀ ਪਟਿਆਲਾ ਨੇ। ਤੇ ਪਹਿਲਾਂ ਅਸੀਂ ਮਾਨਸਾ ਨੂੰ ਬਿਲੋਂਗ ਕਰਦੇ ਸੀਗੇ, ਪੇਕਾ ਪਰਿਵਾਰ ਵੀ ਤੇ ਸਹੁਰਾ ਪਰਿਵਾਰ ਵੀ। ਤੇ ਹੁਣ 2008 ਦੇ ਵਿੱਚ ਜਿਹੜਾ ਮੇਰਾ ਪੇਕਾ ਪਰਿਵਾਰ ਹੈ ਉਹ ਇੱਥੇ ਪਟਿਆਲਾ ਸ਼ਿਫਟ ਹੋ ਗਿਆ ਸੀ। ਤੇ 2015 ਦੇ ਵਿੱਚ ਅਸੀਂ ਮਾਨਸਾ ਤੋਂ ਇੱਥੇ ਬੱਚਿਆਂ ਦੀ ਉਚੇਰੀ ਪੜ੍ਹਾਈ ਲਈ ਇੱਥੇ ਪ੍ਰਵਾਸ ਕਰਦੇ ਸੀ ਪਟਿਆਲਾ ਦੇ। ਤੇ ਸ਼ਾਇਰੀ ਵੱਲ ਕਿਵੇਂ ਆਏ? ਸ਼ਾਇਰੀ ਵੱਲ ਬਚਪਨ ਦੇ ਵਿੱਚ ਮੈਂ ਇੱਦਾਂ ਨਹੀਂ ਕਹਿ ਸਕਦੀ ਕਿ ਮੈਨੂੰ ਲਿਖਣ ਦਾ ਸ਼ੌਕ ਸੀ। ਬਚਪਨ ਦੇ ਵਿੱਚ ਪੜ੍ਹਨ ਦਾ ਜ਼ਰੂਰ ਹੁੰਦਾ ਸੀ, ਕੋਈ ਗੁਰਮਤਿ ਦੀਆਂ ਕਿਤਾਬਾਂ ਜਾਂ ਘਰ ਦੇ ਵਿੱਚ ਕੋਈ ਕਾਮਿਕਸ ਵਗੈਰਾ ਆਉਣੀਆਂ
ਤਾਂ ਉਹਨੂੰ ਮੈਂ ਬੜੀ ਨੀਚ ਲਾ ਕੇ ਪੜ੍ਹਦੀ ਹੁੰਦੀ ਸੀ। 10ਵੀਂ ਕਲਾਸ ਤੱਕ ਕੋਈ ਬਹੁਤਾ ਨਹੀਂ ਇੰਨਾ ਰਾਬਤਾ ਰਿਹਾ, ਪਰ ਜਦ +2 +1 ਵਿੱਚ ਥੋੜ੍ਹੀ ਥੋੜ੍ਹੀ ਜ਼ਿੰਦਗੀ ਜੀ ਜਾਗੀ। ਤੇ +2 ਤੋਂ ਬਾਅਦ ਮੇਰੀ ਜਿਹੜੀ ਅਗਲੇਰੀ ਪੜ੍ਹਾਈ ਹੈ ਉਹ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿਖੇ ਵੂਮਨ ਕਾਲਜ ਹੈ ਜਿਹੜਾ, ਉੱਥੇ ਸ਼ੁਰੂਆਤ ਹੋਈ BSc ਦੀ। ਤੇ ਉਸ ਦੌਰਾਨ ਕਾਲਜ ਦੀਆਂ ਗਤੀਵਿਧੀਆਂ ਤੁਹਾਨੂੰ ਪਤਾ ਹੈ ਵੀ ਸਕੂਲ ਦੇ ਲੈਵਲ ਨਾਲ ਅੱਗੇ ਥੋੜ੍ਹੀਆਂ ਵੱਧ ਜਾਂਦੀਆਂ ਨੇ, ਤਾਂ ਉੱਥੇ ਮੈਂ ਥੋੜ੍ਹਾ ਉਹ ਗਤੀਵਿਧੀਆਂ ਜਾਂ ਕੋਈ ਗੀਤ ਸੰਗੀਤ ਦੇ ਪ੍ਰੋਗਰਾਮ ਵਿੱਚ ਮੈਂ ਹਿੱਸਾ ਲੈਣਾ ਸ਼ੁਰੂ ਕੀਤਾ। ਤੇ ਉਸ ਦੇ ਨਾਲ ਹੀ ਕੁਛ ਮੈਂ ਲਿਖਣਾ, ਜਿਹੜਾ ਕੁਛ ਪਹਿਲਾਂ ਸ਼ੇਅਰ ਹੀ ਲਿਖਦੀ ਹੁੰਦੀ ਸੀ, ਸ਼ੇਅਰਾਂ ਤੋਂ ਸ਼ੁਰੂਆਤ ਕੀਤੀ। ਤੇ ਸ਼ੇਅਰ ਲਿਖਦੀ ਫਿਰ ਮੈਂ ਮੇਰੇ ਵੱਡੇ ਭਾਈ ਸਾਹਿਬ ਤੋਂ ਜਸਵਿੰਦਰ ਮਾਨ ਨੇ ਜਿਹੜੇ, ਉਹ ਵੀ ਲਿਖਦੇ ਸੀ, ਤੇ ਉਹ ਮੈਨੂੰ ਲੈਟਰ ਪਾਉਂਦੇ ਹੁੰਦੇ ਉੱਥੋਂ ਗਵਾਲੀਅਰ BSc ਕਰਦੇ ਹੁੰਦੇ MSc ਕਰਦੇ ਹੁੰਦੇ ਸੀ। ਤਾਂ ਉਹਨਾਂ ਦਾ ਜਿਹੜੀ ਲੈਟਰ ਆਉਣੀ ਉਹਦੇ ਵਿੱਚ ਉਹਨਾਂ ਨੇ ਬੜੇ ਸ਼ੇਅਰ ਵਗੈਰਾ ਲਿਖੇ ਹੋਣੇ, ਤਾਂ ਮੈਨੂੰ ਵੀ ਉਹਨਾਂ ਤੋਂ ਥੋੜ੍ਹੀ ਚੰਗ ਲੱਗੀ, ਤਾਂ ਮੈਂ ਵੀ ਲਿਖਣਾ ਸ਼ੁਰੂ ਕਰਤਾ। ਤੇ ਇੱਦਾਂ ਹੀ ਫਿਰ ਮੈਂ ਲਿਖ ਕੇ ਆਪਣਾ ਜਿਹੜਾ ਕਾਲਜ ਦਾ ਮੈਗਜ਼ੀਨ ਛਪਦਾ ਸੀ ਸਾਲਾਨਾ, ਉਹਦੇ ਵਿੱਚ ਲਗਵਾਉਣੀ ਆਪਣੀਆਂ ਜਿਹੜੀਆਂ ਰਚਨਾਵਾਂ ਸ਼ੁਰੂ ਕੀਤੀਆਂ ਜੀ। ਉਸ ਤੋਂ ਬਾਅਦ ਕਦੀ ਕਦਾਈ ਲਿਖ ਲੈਣਾ, ਜਦ ਕੋਈ ਇੱਦਾਂ ਦੀ ਘਟਨਾ ਹੋਣੀ ਕਿ ਦਿਲ ਨੂੰ ਕੋਈ ਛੂਹ ਜਾਣੀ, ਹੈ ਨਾ, ਕੋਈ ਇੱਦਾਂ ਦੀ ਕਿਸੇ ਰਿਸ਼ਤੇਦਾਰ ਦੀ ਜਾਂ ਆਸੇ ਪਾਸੇ ਕੋਈ ਇੱਦਾਂ ਦੀ ਕਿਸੇ ਦੀ ਮੌਤ ਹੋ ਜਾਣੀ ਅਚਾਨਕ ਛੋਟੀ ਉਮਰ ਦੇ ਵਿੱਚ, ਤਾਂ ਦਿਲ ਨੂੰ ਧੱਕਾ ਜਿਹਾ ਲੱਗਦਾ, ਤਾਂ ਉਸ ਸਮੇਂ ਕੋਈ ਨਾ ਕੋਈ ਮੈਂ ਕਵਿਤਾ ਸਿਰਜ ਲੈਂਦੀ। ਤਾਂ ਉੱਦਾਂ ਲੱਗਦਾ ਹੁੰਦਾ ਕਿ ਜਿੰਨੀ ਦੇਰ ਉਹ ਲਿਖਦੀ ਨਾ, ਤਾਂ ਮੈਨੂੰ ਆਪਣੇ ਮਨ 'ਤੇ ਇੱਦਾਂ ਲੱਗਦਾ ਕਿ ਬੋਝ ਹੈ। ਜਦੋਂ ਮੈਂ ਉਹ ਲਿਖ ਦਿੰਦੀ, ਉਹਨੂੰ ਕਾਗਜ਼ 'ਤੇ ਉਤਾਰ ਦਿੰਦੀ, ਤਾਂ ਲੱਗਦਾ ਕਿ ਬੋਝ ਨੂੰ ਹਲਕਾ ਹੋ ਗਿਆ ਤੇ ਲਿਖ ਕੇ ਬੜਾ ਸਕੂਨ ਮਿਲਦਾ। ਤੇ ਡਾਕਟਰ ਸਾਹਿਬ ਉਸ ਤੋਂ ਬਾਅਦ ਸ਼ਾਦੀ ਹੋ ਗਈ, ਮੈਰਿਜ ਹੋ ਗਈ, ਤੇ ਬੱਚੇ, ਹੈ ਨਾ, ਸਾਰਾ ਪਰਿਵਾਰ, ਨੌਕਰੀ ਹੋ ਗਈ, ਤੇ ਕਾਫੀ ਟਾਈਮ ਹੈ ਜਿਹੜਾ ਇਸ ਪਾਸੋਂ ਮੇਰਾ ਕਵਿਤਾ ਵਾਲੇ ਪਾਸੋਂ ਜਿਹੜਾ ਲਿੰਕ ਸੀ ਉਹ ਤਕਰੀਬਨ ਟੁੱਟਿਆ ਹੀ ਰਿਹਾ। ਤੇ ਦੁਬਾਰਾ ਜਦੋਂ 2012-13 ਦੇ ਵਿੱਚ ਦੁਬਾਰਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਲੋਕਾਂ ਨੂੰ ਦੇਖਿਆ, ਕਵੀਆਂ ਨੂੰ ਤੇ ਹੋਰ ਸ਼ਾਇਰਾਂ ਨੂੰ, ਉਹਨਾਂ ਦੀਆਂ ਕਵਿਤਾਵਾਂ ਪੜ੍ਹੀਆਂ, ਉਹਨਾਂ ਨਾਲ ਐਡ ਹੋਈ, ਤਾਂ ਮੈਨੂੰ ਵੀ ਲੱਗਿਆ ਕਿ ਮੈਨੂੰ ਵੀ ਲਿਖਣਾ ਚਾਹੀਦਾ। ਹੁਣ ਕੁਛ ਇੱਦਾਂ ਕਹਿ ਲਓ ਕਿ ਜਿਹੜੀਆਂ ਪਰਿਵਾਰਕ ਜ਼ਿੰਮੇਵਾਰੀਆਂ ਸੀ ਥੋੜ੍ਹੀਆਂ ਜਿਹੀਆਂ ਅੱਗੇ ਨਾਲੋਂ ਘਟਣੀਆਂ ਸ਼ੁਰੂ ਹੋ ਗਈਆਂ, ਬੱਚੇ ਵੱਡੇ ਹੋਣ ਲੱਗ ਗਏ, ਤਾਂ ਮੈਨੂੰ ਲੱਗਿਆ ਕਿ ਮੈਂ ਆਪਣਾ ਜਿਹੜਾ ਪਹਿਲਾਂ ਦਾ ਜਿਹੜਾ ਸ਼ੌਕ ਸੀ ਦਬਿਆ ਹੋਇਆ, ਉਹਨੂੰ ਮੈਂ ਹੁਣ ਦੁਬਾਰਾ ਸ਼ੁਰੂਆਤ ਕਰਾਂ। ਤੇ ਹੌਲੀ ਹੌਲੀ ਇੱਦਾਂ ਫਿਰ ਮੈਂ ਦੁਬਾਰਾ ਲਿਖਣਾ ਜਿਹੜਾ ਸ਼ੁਰੂ ਕੀਤਾ, ਲਿਖ ਕੇ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਸ਼ੁਰੂ ਕੀਤਾ, ਤੇ ਫਿਰ ਸਾਰੇ ਭੈਣ ਭਰਾਵਾਂ ਦਾ, ਸਾਰਿਆਂ ਦਾ, ਸਾਥੀਆਂ ਦਾ ਜਿਹੜਾ ਚੰਗਾ ਹੁੰਗਾਰਾ ਮਿਲਣ ਲੱਗਿਆ, ਤਾਂ ਮੈਨੂੰ ਹੋਰ ਇਸੇ ਤਰ੍ਹਾਂ ਹੀ ਜਿਹੜੇ ਮੋਟੀਵੇਸ਼ਨ ਮਿਲਦੀ ਗਈ। ਤੇ ਇਹ ਪਹਿਲਾਂ ਮੈਂ ਕਵਿਤਾ ਤੋਂ ਸ਼ੁਰੂ ਕੀਤਾ, ਕਵਿਤਾ ਤੋਂ ਬਾਅਦ ਕੁਛ ਗੀਤ ਲਿਖੇ, ਹਾਈਕੂ ਲਿਖੇ, ਹਾਈਕੂ ਵੀ ਮੈਂ ਕਾਫੀ ਲਿਖੇ ਨੇ, 200 ਦੇ ਕਰੀਬ ਨੇ। ਮੇਰੀ ਇੱਕ ਪੁਸਤਕ ਤਿਆਰ ਆ ਹਾਈਕੂ ਤੇ ਹਾਈਕੂ ਤੋਂ ਬਾਅਦ ਫਿਰ ਕਵਿਤਾਵਾਂ ਤੋਂ ਬਾਅਦ ਗਜ਼ਲ ਵੱਲ ਮੇਰਾ ਹੋਇਆ ਕਿ ਮੈਂ ਗਜ਼ਲ ਸਿੱਖਣੀ ਸ਼ੁਰੂ ਕਰਾਂ। ਤਾਂ ਜਿਹੜੇ ਕਵੀ ਸ਼ਾਇਰ ਸੀਗੇ, ਜਿਹੜੇ ਭੈਣ ਭਰਾ ਲਿਖਦੇ ਸੀਗੇ ਗਜ਼ਲ, ਤਾਂ ਮੈਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ। ਤਾਂ ਉਹ ਕਹਿੰਦੇ ਵੀ ਤੁਸੀਂ ਪੜ੍ਹੋ, ਕਿਤਾਬਾਂ ਪੜ੍ਹੋ, ਤੇ ਮੈਂ ਕਿਤਾਬਾਂ ਖਰੀਦੀਆਂ ਉਹਨਾਂ ਦੀ ਮਦਦ ਲਈ, ਤੇ ਕੁਛ ਉਹਨਾਂ ਸ਼ਾਇਰ ਵੀਰਾਂ ਭੈਣ ਭਰਾਵਾਂ ਦੀ ਮਦਦ ਲੈ ਕੇ, ਤੇ ਹੌਲੀ ਹੌਲੀ ਗਜ਼ਲ, ਛੋਟੀ ਪਹਿਰ ਦੀ ਗਜ਼ਲ ਲਿਖਣੀ ਸ਼ੁਰੂ ਕੀਤੀ। ਛੋਟੀ ਪਹਿਰ ਦੀ ਗਜ਼ਲ ਤੋਂ ਬਾਅਦ ਹੌਲੀ ਹੌਲੀ ਕਰਮਵਾਰ ਫਿਰ ਮੈਂ ਥੋੜ੍ਹੀਆਂ ਔਖੀਆਂ ਬਹਿਰਾਂ ਵੱਲ ਵੀ ਆਪਣਾ ਕਦਮ ਵਧਾਇਆ। ਤੇ ਇਸੇ ਕਰਕੇ ਜਿਹੜੀ ਮੇਰੀ ਪਹਿਲੀ ਕਿਤਾਬ ਸੀ ਆਹਟ, ਉਹਦੇ ਵਿੱਚ ਮੈਂ ਆਪਣੀਆਂ 40 ਗਜ਼ਲਾਂ ਸ਼ਾਮਲ ਕੀਤੀਆਂ। ਉਹਨਾਂ ਵਿੱਚ ਤਕਰੀਬਨ ਸਾਰੀਆਂ ਜਿਹੜੀਆਂ ਗਜ਼ਲਾਂ ਸੀ ਉਹ ਛੋਟੀ ਪਹਿਰ ਦੀਆਂ ਸੀ। ਤੇ ਉਸ ਤੋਂ ਬਾਅਦ ਫਿਰ ਮੈਂ ਪੱਕਾ ਨਿਰਣਾ ਕਰ ਲਿਆ ਕਿ ਮੈਂ ਕੁਛ ਹੋਰ ਸਿੱਖਣਾ ਹੈ ਗਜ਼ਲ ਦੇ ਇਸ ਫੀਲਡ ਦੇ ਵੱਲ, ਕਿਉਂਕਿ ਇਹਦਾ ਦਾਇਰਾ ਬਹੁਤ ਵਿਸ਼ਾਲ ਹੈ। ਤੇ ਮੈਂ ਹੋਰ ਕਿਤਾਬਾਂ ਪੜ੍ਹੀਆਂ, ਤੇ ਹੁਣ ਮੈਂ ਤਕਰੀਬਨ ਅੱਛੀ ਜਿਹੜੀ ਗਜ਼ਲ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਅੱਛੀ ਨਿਭਾ ਲਵਾਂ ਗਜ਼ਲ। ਜਿਹੜਾ ਮੇਰਾ ਦੂਸਰਾ ਗਜ਼ਲ ਸੰਗ੍ਰਹਿ ਹੈ, ਜਿਹੜਾ ਚੰਨ ਅਜੇ ਦੂਰ ਹੈ, ਉਹਦੇ ਵਿੱਚ ਸਾਰੀਆਂ ਗਜ਼ਲਾਂ ਹੀ ਨੇ। ਤਾਂ ਮੈਨੂੰ ਲੱਗਦਾ ਹੈ ਕਿ ਮੈਂ ਥੋੜ੍ਹਾ ਉਸ ਪਾਸੇ ਥੋੜ੍ਹੀ ਜਿਹੀ ਕਾਮਯਾਬ ਹੋਈ ਹਾਂ। ਤੇ ਹਾਲੇ ਜਿਵੇਂ ਕਹਿੰਦੇ ਹੁੰਦੇ ਚੰਨ ਅਜੇ ਦੂਰ ਹੈ, ਹਾਲੇ ਬਹੁਤ ਸੋਚਿਆ ਵੀ ਅੱਗੇ ਕੁਛ ਹੋਰ ਸਿੱਖਣਾ। ਰਾਜਵਿੰਦਰ ਕੌਰ ਜਟਾਣਾ ਦਾ ਸਫ਼ਰ ਜਿਵੇਂ ਇਹਨਾਂ ਨੇ ਬਿਆਨ ਕੀਤਾ, ਉਹ ਦੱਸਦਾ ਕਿ ਜਜ਼ਬੇ ਕਦੇ ਮਰਦੇ ਨਹੀਂ ਹੁੰਦੇ ਹੈਗੇ। ਜਦੋਂ ਵੀ ਮੌਕਾ ਮਿਲਦਾ ਇਹ ਚਿੰਗਾਰੀਆਂ ਝਰਨਿਆਂ ਦੇ ਵਾਂਗ ਫੁੱਟਦੀਆਂ ਨੇ,
ਤੇ ਫਿਰ ਬੰਦੇ ਦੀ ਸੰਪੂਰਨ ਸ਼ਖਸੀਅਤ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੀਆਂ ਨੇ ਤੇ ਉਹ ਕਿਸੇ ਨਾ ਕਿਸੇ ਸਿਰਜਣਾ ਦੇ ਮਾਧਿਅਮ ਰਾਹੀਂ ਦੁਨੀਆ ਤੱਕ ਪਹੁੰਚਦੀਆਂ ਨੇ। ਰਾਜਵਿੰਦਰ ਕੌਰ ਜਟਾਣਾ ਜੀ, ਤੁਹਾਡੀਆਂ ਕਵਿਤਾਵਾਂ ਬਾਰੇ, ਤੁਹਾਡੇ ਗੀਤਾਂ ਬਾਰੇ, ਤੁਹਾਡੇ ਗਜ਼ਲਾਂ ਬਾਰੇ ਬਹੁਤ ਲੋਕਾਂ ਨੇ ਬਹੁਤ ਕੁਝ ਕਿਹਾ ਹੈ, ਫੇਸਬੁੱਕ ਤੇ ਵੀ ਕਿਹਾ ਹੈ, ਰਿਵਿਊ ਵੀ ਛਪੇ ਨੇ, ਪਰ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੀ ਕਾਵਿਕਾਰੀ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ? ਮੇਰੀ ਨਜ਼ਰ ਦੇ ਵਿੱਚ, ਮੈਂ ਜਿਵੇਂ ਤੁਹਾਨੂੰ ਡਾਕਟਰ ਸਾਹਿਬ ਪਹਿਲਾਂ ਵੀ ਦੱਸਿਆ ਕਿ ਮੈਨੂੰ ਸਕੂਨ ਮਿਲਦਾ ਹੈ ਜੋ ਵੀ ਮੈਂ ਲਿਖਦੀ ਹਾਂ, ਤਾਂ ਜੋ ਵੀ ਆਸੇ-ਪਾਸੇ ਜੋ ਘਟਨਾ ਹੁੰਦੀ ਹੈ ਮੈਨੂੰ ਐਵੇਂ ਹੁੰਦਾ ਮੈਂ ਇਹਨੂੰ ਜਲਦੀ ਕਾਗਜ਼ 'ਤੇ ਉਤਾਰ ਦੇਵਾਂ ਤਾਂ ਬੜਾ ਅੱਛਾ ਮਹਿਸੂਸ ਹੁੰਦਾ। ਉਸ ਤੋਂ ਬਾਅਦ ਜੋ ਦਿਲ ਦੇ ਵਿੱਚ ਕਈ ਵਾਰੀ ਆਪਣੇ ਹੁੰਦੇ ਇੱਦਾਂ ਦੇ ਹਾਲਾਤ ਕਿ ਕੋਈ ਨਾ ਕੋਈ ਮਨ ਨੂੰ ਘਟਨਾ ਛੋਹ ਜਾਂਦੀ ਹੈ, ਆਪਣੇ ਪਰਿਵਾਰਕ ਜਾਂ ਕੋਈ ਬਾਹਰਲੀ, ਤਾਂ ਉਦੋਂ ਲਿਖਿਆ ਜਾਂਦਾ, ਆਪੇ ਹੀ ਲਿਖਿਆ ਜਾਂਦਾ। ਕੋਈ ਇੱਦਾਂ ਨਹੀਂ ਆਪਾਂ ਕਹਿ ਸਕਦੇ ਕਿ ਸੋਚ ਕੇ ਲਿਖਦੇ ਹਾਂ, ਤੇ ਉਹ ਭਾਵੇਂ ਮੁੱਦਾ ਭਾਵੇਂ ਕੋਈ ਹੋਵੇ, ਵਿਸ਼ਾ ਕੋਈ ਹੋਵੇ, ਸਮਾਜਿਕ ਵੀ ਹੋ ਸਕਦਾ ਤੇ ਆਪਣਾ ਪਰਿਵਾਰਕ ਵੀ ਹੋ ਸਕਦਾ, ਤੇ ਰੋਮਾਂਸ ਵਾਲਾ ਵੀ ਹੋ ਸਕਦਾ, ਤੇ ਦੂਸਰਾ ਕਿਸੇ ਵੀ ਤਰ੍ਹਾਂ ਦਾ ਵਿਸ਼ਾ ਜਿਹੜਾ ਉਹ ਮੈਂ ਲਿਖ ਲੈਂਦੀ ਹਾਂ ਜੀ। ਹੁਣ ਅਸੀਂ ਤੁਹਾਡੀ ਜ਼ੁਬਾਨ ਚੋਂ ਤੁਹਾਡੀ ਕੋਈ ਰਚਨਾ ਸੁਣਨਾ ਚਾਹਾਂਗੇ। ਹਾਂਜੀ, ਹੁਣ ਜਿਵੇਂ ਆਪਾਂ ਸਾਰੇ ਦੇਖ ਰਹੇ ਹਾਂ ਕਿ ਜਿਹੜਾ ਹੁਣ ਅੱਜ ਦੇ ਕੱਲ੍ਹ ਦੇ ਜਿਹੜਾ ਮਾਹੌਲ ਚੱਲ ਰਿਹਾ ਹੈ, ਕਿਸਾਨੀ ਸੰਘਰਸ਼ ਚੱਲ ਰਿਹਾ, ਕਿਸਾਨ ਹੈ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ, ਜਾਇਜ਼ ਮੰਗਾਂ ਨੂੰ ਲੈ ਕੇ ਜਿਹੜੇ ਵਿਚਾਰੇ ਸੰਘਰਸ਼ ਕਰ ਰਹੇ ਆ, ਪ੍ਰਮਾਤਮਾ ਕਰੇ ਉਹਨਾਂ ਨੂੰ ਇਸ ਮਕਸਦ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੇ। ਤੇ ਉਸ ਸੰਘਰਸ਼ ਨੂੰ ਮੁੱਖ ਰੱਖਦਿਆਂ ਮੈਂ ਆਪਣੀ ਇੱਕ ਗਜ਼ਲ ਲਿਖੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੀ। ਜੀ, ਗਜ਼ਲ ਦਾ ਮਤਲਬ ਹੈ, ਬੱਲੇ ਬਾਬਾ ਝੰਡਾ ਤੇਰਾ ਸਦਾ ਬੁਲੰਦ ਰਹੇ। ਵਾਹ। ਬੱਲੇ ਬਾਬਾ ਝੰਡਾ ਤੇਰਾ ਸਦਾ ਬੁਲੰਦ ਰਹੇ, ਜਿਗਰਾ ਤੇਰਾ ਵੇਖੇ ਕੋਈ ਜਦ ਵੀ ਦੰਗ ਰਹੇ। ਕਿਆ ਬਾਤ। ਜਿਗਰਾ ਤੇਰਾ ਵੇਖੇ ਕੋਈ ਜਦ ਵੀ ਦੰਗ ਰਹੇ, ਜੋਸ਼ ਤੁਹਾਡਾ ਜ਼ੁਲਮਾਂ ਖਾਤਰ ਲੜਦਾ ਜੰਗ ਰਹੇ। ਜੋਸ਼ ਤੁਹਾਡਾ ਜ਼ੁਲਮਾਂ ਖਾਤਰ ਲੜਦਾ ਜੰਗ ਰਹੇ, ਅੱਗੇ ਵੱਧ ਕੇ ਹੱਥ ਰੋਕਣਾ ਕਰ ਜੋ ਤੰਗ ਰਹੇ। ਸੁੱਚੀ ਕਿਰਤ ਕਮਾਈ ਕਰਦਾ ਅੰਨਦਾਤਾ ਕਿਸਾਨ। ਬਹੁਤ ਵਧੀਆ। ਕਮਾਈ ਕਰਦਾ ਅੰਨਦਾਤਾ ਕਿਸਾਨ, ਹੱਕ ਨਾ ਉਸਦਾ ਖੋਹੇ ਕੋਈ ਇੱਕੋ ਮੰਗ ਰਹੇ। ਬਹੁਤ ਵਧੀਆ, ਬਹੁਤ ਵਧੀਆ। ਧੱਕੇ ਸ਼ਾਹੀ ਹੋਣ ਨਾ ਦੇਣੀ ਆਡਾ ਲਾਹੁਣ ਵੇਖਾਂਗੇ। ਧੱਕੇ ਸ਼ਾਹੀ ਹੋਣ ਨਾ ਦੇਣੀ ਆਡਾ ਲਾਹੁਣ ਵੇਖਾਂਗੇ, ਜਿਸਨੇ ਅਣਖ ਵੰਗਾਰੀ ਉਸਦੀ ਲਾਉਂਦੇ ਝੰਡ ਰਹੇ। ਵਾਹ, ਕੀ ਬਾਤ। ਜਿਸਨੇ ਅਣਖ ਵੰਗਾਰੀ ਉਸਦੀ ਲਾਉਂਦੇ ਝੰਡ ਰਹੇ, ਮਿੱਟੀ ਦੇ ਨਾਲ ਮਿੱਟੀ ਹੋ ਕੇ ਅੰਨ ਉਗਾਈ ਜਾਂਦੇ ਹਾਂ। ਮਿੱਟੀ ਦੇ ਨਾਲ ਮਿੱਟੀ ਹੋ ਕੇ ਅੰਨ ਉਗਾਈ ਜਾਂਦੇ ਹਾਂ, ਚਿਹਰਾ ਸਾਡਾ ਤੰਗੀ ਵਿੱਚ ਫਿਰ ਕਿਉਂ ਬੇਰੰਗ ਰਹੇ। ਚਿਹਰਾ ਸਾਡਾ ਤੰਗੀ ਵਿੱਚ ਫਿਰ ਕਿਉਂ ਬੇਰੰਗ ਰਹੇ। ਬਹੁਤ ਵਧੀਆ। ਕਾਰਪੋਰੇਟ ਘਰਾਣੇ ਇੱਥੇ ਜੜ੍ਹਾਂ ਫੈਲਾਉਣੀਆਂ ਚਾਹੁੰਦੇ। ਕਾਰਪੋਰੇਟ ਘਰਾਣੇ ਇੱਥੇ ਜੜ੍ਹਾਂ ਫੈਲਾਉਣੀਆਂ ਚਾਹੁੰਦੇ, ਆਪੇ ਬਣਨ ਕਾਨੂੰਨ ਨਿਯਮ ਨੂੰ ਸਿੱਕੇ ਟੰਗ ਰਹੇ। ਆਪੇ ਬਣਨ ਕਾਨੂੰਨ ਨਿਯਮ ਨੂੰ ਸਿੱਕੇ ਟੰਗ ਰਹੇ, ਪਹਿਲਾਂ ਕਿਹੜੀ ਘੱਟ ਗੁਜ਼ਾਰੀ, ਪਹਿਲਾਂ ਕਿਹੜੀ ਘੱਟ ਗੁਜ਼ਾਰੀ, ਖੇਤੀ ਜੋ ਕਮਜ਼ੋਰ ਕਰੋ। ਪਹਿਲਾਂ ਕਿਹੜੀ ਘੱਟ ਗੁਜ਼ਾਰੀ, ਖੇਤੀ ਜੋ ਕਮਜ਼ੋਰ ਕਰੋ, ਵੇਖੋ ਹੁਣ ਤੇ ਲੁੱਟਣ ਵਾਲੇ ਬਦਲ ਹੀ ਢੰਗ ਰਹੇ। ਵੇਖੋ ਹੁਣ ਤੇ ਲੁੱਟਣ ਵਾਲੇ ਬਦਲ ਹੀ ਢੰਗ ਰਹੇ। ਬਹੁਤ ਵਧੀਆ। ਮਕਤਾ ਹੈ ਜੀ, ਆਓ ਬੇਬੇ ਆਓ ਕੁੜੀਓ, ਆਓ ਬੇਬੇ ਆਓ ਕੁੜੀਓ, ਇਕੱਠੇ ਹੋ ਲਲਕਾਰਾਂਗੇ। ਆਓ ਬੇਬੇ ਆਓ ਕੁੜੀਓ, ਇਕੱਠੇ ਹੋ ਲਲਕਾਰਾਂਗੇ, ਬੁਰਕੀ ਮੂੰਹੋਂ ਖੋਹੇ ਹਾਕਮ ਫਿਰ ਕਿਉਂ ਸੰਗ ਰਹੇ। ਬੁਰਕੀ ਮੂੰਹੋਂ ਖੋਹੇ ਹਾਕਮ ਫਿਰ ਕਿਉਂ ਸੰਗ ਰਹੇ, ਬੱਲੇ ਬਾਬਾ ਝੰਡਾ ਤੇਰਾ ਸਦਾ ਬੁਲੰਦ ਰਹੇ, ਜਿਗਰਾ ਤੇਰਾ ਵੇਖੇ ਕੋਈ ਜਦ ਵੀ ਦੰਗ ਰਹੇ। ਜਦ ਵੀ। ਕਿਆ ਬਾਤ। ਵਕਤ ਦੇ ਨਾਲ ਨਾਲ ਤੁਰਦੀ ਇਸ ਸ਼ਾਇਰੀ ਨੂੰ ਸਲਾਮ ਹੈ। ਲੇਕਿਨ ਅਸਲ ਦੇ ਵਿੱਚ ਉਹੀ ਹੁੰਦਾ ਹੈ ਜਿਹੜਾ ਵਕਤ ਦੀ ਨਬਜ਼ ਨੂੰ ਫੜਦਾ ਹੈ, ਲੋਕਾਂ ਦੇ ਰੋਹ ਨੂੰ ਜ਼ੁਬਾਨ ਦਿੰਦਾ ਹੈ ਤੇ ਸਮੇਂ ਦੇ ਨਾਲ ਨਾਲ ਤੁਰਦਾ ਹੈ। ਰਾਜਵਿੰਦਰ ਕੌਰ ਜਟਾਣਾ ਜੀ, ਤੁਹਾਡੀ ਆਵਾਜ਼ ਬਹੁਤ ਕਮਾਲ ਹੈ। ਅਸੀਂ ਤੁਹਾਡੇ ਤੋਂ ਬਾਤ ਤਰਨਮ ਵੀ ਕੋਈ ਲਾਈਨਾਂ ਸੁਣਨੀਆਂ ਚਾਹਾਂਗੇ, ਪਰ ਉਸ ਤੋਂ ਪਹਿਲਾਂ
ਆਪਾਂ ਕੁਝ ਗੱਲਾਂ ਹੋਰ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਮੇਰਾ ਅਗਲਾ ਸਵਾਲ ਇਹ ਹੈ ਕਿ ਇੱਕ ਔਰਤ ਹੋ ਕੇ ਸ਼ਾਇਰੀ ਵੱਲ ਆਉਣਾ ਜਾਂ ਅਦਬ ਵੱਲ ਆਉਣਾ, ਇਸ ਦੀਆਂ ਕੀ ਚੁਣੌਤੀਆਂ ਤੁਹਾਡੇ ਸਾਹਮਣੇ ਆਈਆਂ, ਜਾਂ ਇੱਕ ਔਰਤ ਨੂੰ ਕੀ ਚੁਣੌਤੀਆਂ ਹੋ ਸਕਦੀਆਂ ਨੇ? ਹਾਂਜੀ ਡਾਕਟਰ ਸਾਹਿਬ, ਇੱਦਾਂ ਹੈ ਕਿ ਇਹ ਜਿਹੜਾ ਜਿਨ੍ਹਾਂ ਦੇ ਜਿਹੜੇ ਪਰਿਵਾਰਕ ਪਿਛੋਕੜ ਦੇ ਵਿੱਚ ਇੱਦਾਂ ਹੁੰਦੀ ਹੈ, ਸ਼ਾਇਰ ਭਾਵੇਂ ਕੋਈ ਵੀ ਹੁੰਦਾ, ਉਹਨਾਂ ਦਾ ਪਤੀ ਹੋਵੇ ਜਾਂ ਪਿਤਾ ਹੋਵੇ ਜਾਂ ਭਰਾ ਹੋਵੇ, ਉੱਥੇ ਮੇਰੇ ਖਿਆਲ 'ਚ ਜ਼ਿਆਦਾ ਮੁਸ਼ਕਲ ਨਹੀਂ ਆਉਂਦੀ। ਪਰੰਤੂ ਜਿਸ ਘਰ ਦੇ ਵਿੱਚ ਇਸ ਮਾਹੌਲ ਦੇ ਨਾਲ ਬਿਲਕੁਲ ਲਗਾਓ ਹੀ ਨਾ ਹੋਵੇ, ਤਾਂ ਉਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਇੱਕ ਸ਼ਾਇਰ ਦੇ ਵਜੋਂ ਸਥਾਪਿਤ ਕਰਨਾ ਬਹੁਤ ਚੁਣੌਤੀ ਭਰਪੂਰ ਹੁੰਦਾ ਹੈ, ਖਾਸ ਕਰਕੇ ਔਰਤ ਲਈ। ਬਿਲਕੁਲ। ਬਾਕੀ ਇਹ ਵੀ ਔਰਤ ਹੈ ਜੋ ਜੇ ਉਹ ਖੁੱਲ੍ਹ ਕੇ ਲਿਖਦੀ ਹੈ, ਮਤਲਬ ਉਹ ਜੇ ਰੋਮਾਂਸਵਾਦੀ ਲਿਖਦੀ ਹੈ ਤਾਂ ਫਿਰ ਉਸਦਾ ਮਤਲਬ ਨਾਮ, ਉਹਦੀ ਜਿਹੜੀ ਪਹਿਚਾਣ ਆ ਉਹਨੂੰ ਗਲਤ ਸਮਝਿਆ ਜਾਂਦਾ ਵੀ ਪਤਾ ਨਹੀਂ ਇੱਦਾਂ ਕਿਉਂ ਲਿਖ ਰਹੀ ਹੈ। ਹਾਲਾਂਕਿ ਜਿਹੜੇ ਜੋ ਆਪਣੇ ਵਿਚਾਰ ਹੁੰਦੇ ਆ, ਜ਼ਰੂਰੀ ਨਹੀਂ ਹੁੰਦਾ ਕਿ ਆਪਣੇ ਹੋਣ, ਕਿਸੇ ਹੋਰ ਤੋਂ ਵੀ ਆਪਾਂ ਪ੍ਰੇਰਿਤ ਹੋ ਕੇ ਲਿਖ ਸਕਦੇ ਹਾਂ। ਬਿਲਕੁਲ। ਤੇ ਬਾਕੀ ਇਹ ਆ ਵੀ ਜੋ ਇੱਦਾਂ ਦੇ ਜਿਹੜੇ ਸ਼ਾਇਰ ਔਰਤਾਂ ਹੁੰਦੀਆਂ, ਉਹਨਾਂ ਨੂੰ ਜੇ ਕਿਸੇ ਸਾਹਿਤਕ ਪ੍ਰੋਗਰਾਮ ਦੇ ਵਿੱਚ ਜਾਣਾ ਹੁੰਦਾ ਤਾਂ ਉਹ ਬੜੀਆਂ ਚੁਣੌਤੀਆਂ ਆਉਂਦੀਆਂ ਨੇ। ਪਰਿਵਾਰ ਤੋਂ ਆਗਿਆ ਲੈ ਕੇ ਜਾਣਾ ਪੈਂਦਾ, ਆਗਿਆ ਲੈ ਕੇ ਜਾਣ ਤੋਂ ਬਾਅਦ ਵੀ ਨਹੀਂ, ਬਥੇਰੇ ਵਾਰ ਇੱਦਾਂ ਹੁੰਦਾ ਕਿ ਉਹਨੂੰ ਫਿਰ ਵੀ ਜਾਣ ਦਾ ਮੌਕਾ ਨਹੀਂ ਮਿਲਦਾ। ਤੇ ਜਿੰਨੀ ਦੇਰ ਆਪਾਂ ਇੱਦਾਂ ਦੇ ਜਿਹੜੇ ਸ਼ਾਇਰੀ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਉਹ ਆਪਾਂ ਅਟੈਂਡ ਨਹੀਂ ਕਰਾਂਗੇ, ਤਾਂ ਉਨੀ ਦੇਰ ਆਪਣੀ ਜਿਹੜੀ ਸ਼ਾਇਰੀ ਵਿੱਚ ਪਰਪੱਕਤਾ ਨਹੀਂ ਆਉਂਦੀ, ਕਿਉਂਕਿ ਦੂਸਰਿਆਂ ਨੂੰ ਸੁਣ ਕੇ ਹੀ ਆਪਾਂ ਨੂੰ ਪਤਾ ਲੱਗਦਾ ਜਾਂ ਦੂਸਰਿਆਂ ਨੂੰ ਸੁਣਾ ਕੇ ਪਤਾ ਲੱਗਦਾ ਕਿ ਮੇਰੇ ਵਿੱਚ ਕੀ ਕਮੀ ਹੈ। ਬਿਲਕੁਲ। ਤੇ ਇਸ ਮਾਮਲੇ ਵਿੱਚ ਬਹੁਤ ਕਠਿਨਾਈਆਂ ਆਉਂਦੀਆਂ ਨੇ। ਬਾਕੀ ਇਹ ਵੀ ਜ਼ਿੰਦਗੀ ਜਿਵੇਂ ਸੰਘਰਸ਼ ਦਾ ਨਾਂ ਹੈ, ਤਾਂ ਆਪਣੇ ਵੈਸੇ ਪਰਿਵਾਰ ਨੂੰ ਨਾਲ ਲੈ ਕੇ ਮੇਰੀ ਇਹ ਸਲਾਹ ਕਿ ਕਿਸੇ ਵੀ ਤਰ੍ਹਾਂ ਉਹਨੂੰ ਸਮਝਾ ਬੁਝਾ ਕੇ ਅੱਗੇ ਲੈ ਕੇ ਚੱਲਦੇ ਰਹੋ। ਤੇ ਕੁਛ ਥੋੜਾ ਜਿਹਾ ਇੱਦਾਂ ਵੀ ਆ ਜਾਂਦੀ ਹੈ ਵੀ ਮੇਲ ਈਗੋ ਵੀ ਆ ਜਾਂਦੀ ਇਹਦੇ ਵਿੱਚ, ਵੀ ਔਰਤ, ਕੋਈ ਮਰਦ ਨਹੀਂ ਚਾਹੁੰਦਾ ਹੁੰਦਾ ਕਿ ਔਰਤ ਦਾ ਕੋਈ ਆਪਣਾ ਨਾਮ ਹੋਵੇ, ਉਹ ਆਪਣੇ ਨਾਮ ਨਾਲ ਜਾਣੀ ਜਾਂਦੀ ਹੈ। ਉਹਨਾਂ ਨੂੰ ਐਂ ਹੁੰਦਾ ਵੀ ਸਾਡੀ ਪਤਨੀ ਜਾਂ ਸਾਡੀ ਬੇਟੀ ਦੇ ਵਜੋਂ ਇਹਨਾਂ ਨੂੰ ਜਾਣਿਆ ਜਾਵੇ। ਜੋ ਚੁਣੌਤੀਆਂ ਨੇ ਔਰਤ ਨੂੰ ਆਉਂਦੀਆਂ ਨੇ, ਤਾਂ ਉਹ ਆਪਣੀ ਸਮਝ ਸਿਆਣਪ ਦੇ ਨਾਲ ਆਪਣੇ ਪਰਿਵਾਰ ਨੂੰ ਅੱਗੇ ਨਾਲ ਲੈ ਕੇ ਤਾਂ ਚੱਲਿਆ ਜਾ ਸਕਦਾ। ਇਹ 'ਚ ਕੋਈ ਆਪਾਂ ਐਡੀ ਮੁਸ਼ਕਲ ਵੀ ਨਹੀਂ ਕਹਿ ਸਕਦੇ ਕਿ ਆਪਾਂ ਬਿਲਕੁਲ ਹੀ ਆਪਾਂ ਇਸ ਤੋਂ ਵੀ ਹਥਿਆਰੀ ਸੁੱਟ ਦੋ ਕਿ ਮੈਨੂੰ ਮੇਰਾ ਕੋਈ ਸਾਥ ਨਹੀਂ ਦੇ ਰਿਹਾ ਤਾਂ ਵੀ ਮੈਂ ਹੁਣ ਲਿਖਣਾ ਵੀ ਬੰਦ ਕਰ ਦਿਆਂ। ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਹੌਲੀ ਹੌਲੀ ਪਰਿਵਾਰ ਹੈ ਜਿਹੜਾ ਇਸ ਮਾਮਲੇ 'ਚ ਸਹਿਮਤੀ ਦੇ ਦਿੰਦੇ ਨੇ, ਇੱਦਾਂ ਦੀ ਕੋਈ ਗੱਲ ਨਹੀਂ ਜੀ, ਬਸ਼ਰਤੇ ਕਿ ਅਸੀਂ ਅੱਛਾ ਲਿਖਦੇ ਰਹੀਏ ਜੀ। ਬਿਲਕੁਲ, ਸੱਚਮੁੱਚ ਚੁਣੌਤੀਆਂ ਨੇ, ਪਰ ਚੁਣੌਤੀਆਂ ਦਾ ਸਾਹਮਣਾ ਕਰਨਾ ਇਨਸਾਨ ਦਾ ਫਰਜ਼ ਹੈ। ਬਿਨਾਂ ਸ਼ੱਕ ਔਰਤ ਦੀ ਲਾਈਫ ਦੇ ਵਿੱਚ, ਔਰਤ ਦੀ ਜ਼ਿੰਦਗੀ ਦੇ ਵਿੱਚ ਇਹ ਚੁਣੌਤੀਆਂ ਮਰਦ ਦੇ ਮੁਕਾਬਲੇ ਵੱਧ ਨੇ। ਪਰ ਇਹ ਰਾਜਵਿੰਦਰ ਕੌਰ ਜਟਾਣਾ ਹੋਣਾ ਦਾ ਨਿੱਜੀ ਤੌਰ 'ਤੇ ਆਪਣਾ ਤਜਰਬਾ ਹੈ ਜਾਂ ਆਪਣੀ ਕਮਾਲ ਹੈ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੇ ਆਲੇ ਦੁਆਲੇ ਦੀ ਚੁਣੌਤੀਆਂ ਨੂੰ ਕਬੂਲ ਕਰਦੇ ਹੋਏ ਆਪਣਾ ਜਿਹੜਾ ਰਚਨਾ ਦਾ ਸਫ਼ਰ ਬਾਖੂਬੀ ਤੈਅ ਕੀਤਾ ਹੈ। ਤੇ ਹੁਣ ਅਸੀਂ ਤਰੰਨਮ ਦੇ ਵਿੱਚ ਚਾਹਾਂਗੇ ਕਿ ਕੋਈ 4 ਲਾਈਨਾਂ ਸਾਡੇ ਨਾਲ ਜ਼ਰੂਰ ਤੁਸੀਂ ਸਾਂਝੀਆਂ ਕਰੋ। ਹਾਂਜੀ ਡਾਕਟਰ ਸਾਹਿਬ, ਮੇਰੀ ਇੱਕ ਗਜ਼ਲ ਹੈ, ਤੁਹਾਨੂੰ ਤਰੰਨਮ ਵਿੱਚ ਸੁਣਾਉਣ ਦੀ ਕੋਸ਼ਿਸ਼ ਕਰਦੀ ਹਾਂ ਜੀ। ਉਹ ਸਾਰੇ ਸ਼ੌਕ ਰੰਗਾਂ ਨੂੰ ਪਰਾਂ ਵਿੱਚ ਭਰਨੇ ਆਈ ਹੈ। ਉਹ ਸਾਰੇ ਸ਼ੌਕ ਰੰਗਾਂ ਨੂੰ ਪਰਾਂ ਵਿੱਚ ਭਰਨੇ ਆਈ ਹੈ ਕਿ ਫਿਰ ਤਿਤਲੀ ਬਹਾਰਾਂ ਦਾ ਤਸਵਰ ਕਰਨੇ ਆਈ ਹੈ। ਉਹ ਸਾਰੇ ਸ਼ੌਕ ਰੰਗਾਂ ਕਿਸੇ ਦੀ ਬੇਰੁਖੀ ਦਾ ਫੇਰ ਸੀਨੇ ਖੋਬ ਕੇ ਖੰਜਰ, ਕਿਸੇ ਦੀ ਬੇਰੁਖੀ ਦਾ ਫੇਰ ਸੀਨੇ ਖੋਬ ਕੇ ਖੰਜਰ, ਮੁਹੱਬਤ ਦੀ ਤਿਜਾਰਤ ਦਾ ਤਮਾਸ਼ਾ ਜਰਨੇ ਆਈ ਹੈ। ਉਹ ਸਾਰੇ ਸ਼ੌਕ ਰੰਗਾਂ ਨੂੰ
ਪਰਾਂ ਵਿੱਚ ਪਰਨੇ ਆਈ ਹੈ। ਹਨੇਰੇ ਪੈਂਡਿਆਂ ਤੇ ਜਾਣਦੀ ਹੈ ਜੁਸਤਜੂ ਫਿਰ ਤੋਂ। ਹਨੇਰੇ ਪੈਂਡਿਆਂ ਤੇ ਜਾਣਦੀ ਹੈ ਜੁਸਤਜੂ ਫਿਰ ਤੋਂ। ਤਲੀ ਤੇ ਇਸ ਲਈ ਚੱਪਾ ਕੁ ਚਾਨਣ ਤਰਨੇ ਆਈ ਹੈ। ਉਹ ਸਾਰੇ ਸ਼ੋਕ ਰੰਗਾਂ ਨੂੰ ਪਰਾਂ ਵਿੱਚ ਪਰਨੇ ਆਈ ਹੈ। ਜ਼ਰਾ ਨਾ ਜਾਣ ਦੀ ਹਸਰਤ ਰਿਹਾਦਮ ਤੋੜੇ ਹਰ ਰਿਸ਼ਤਾ। ਜ਼ਰਾ ਨਾ ਜਾਣ ਦੀ ਹਸਰਤ ਰਿਹਾਦਮ ਤੋੜੇ ਹਰ ਸੁਪਨਾ। ਸਜਾ ਕੇ ਫੁੱਲ ਉਸ ਕਬਰ ਉੱਤੇ ਤਰਨੇ ਆਈ ਹੈ। ਉਹ ਸਾਰੇ ਸ਼ੋਕ ਰੰਗਾਂ ਨੂੰ ਪਰਾਂ ਵਿੱਚ ਪਰਨੇ ਆਈ ਹੈ। ਗਮਾਂ ਤੋਂ ਲੈ ਜ਼ਰਾ ਭੁਲਾ ਜਟਾਣਾ ਜੀ ਰਹੀ ਫਿਰ ਤੋਂ। ਗਮਾਂ ਤੋਂ ਲੈ ਜ਼ਰਾ ਭੁਲਾ ਜਟਾਣਾ ਜੀ ਰਹੀ ਫਿਰ ਤੋਂ। ਤੋ ਅਰਫ ਹਾਸਿਆਂ ਦੇ ਨਾਲ ਮੁੜ ਤੋਂ ਕਰਨੇ ਆਈ ਹੈ। ਉਹ ਸਾਰੇ ਸ਼ੋਕ ਰੰਗਾਂ ਨੂੰ ਪਰਾਂ ਵਿੱਚ ਪਰਨੇ ਆਈ ਹੈ। ਇਹ ਫਿਰ ਤਿਤਲੀ ਬਹਾਰਾਂ ਦਾ ਤਸਵਰ ਕਰਨੇ ਆਈ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਕਮਾਲ ਦੀ ਆਵਾਜ਼ ਹੈ ਤੇ ਕਮਾਲ ਦੇ ਅਲਫਾਜ਼ ਨੇ ਤੁਹਾਡੇ। ਮੇਰੇ ਵੱਲੋਂ ਤੁਹਾਨੂੰ ਆਖਰੀ ਸਵਾਲ ਇਹ ਹੈ ਕਿ ਭਵਿੱਖ ਦੇ ਕੀ ਏਜੰਡੇ ਨੇ? ਭਵਿੱਖ ਵਿੱਚ ਡਾਕਟਰ ਸਾਹਿਬ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਗਜ਼ਲ ਤੇ ਮੇਰਾ ਚੱਲ ਰਿਹਾ ਹੈ। ਮੈਂ ਗਜ਼ਲ ਹੋਰ ਹਾਲੇ ਬਹੁਤ ਕੁਝ ਸਿੱਖਣਾ ਹੈ। ਗਜ਼ਲ ਦੇ ਜਿਹੜੇ ਰਹਿੰਦੇ ਪਹਿਲੂ ਨੇ ਉਹਨਾਂ ਤੇ ਨਜ਼ਰ ਮਾਰਨੀ ਹੈ। ਗਜ਼ਲ ਤਾਂ ਜਿਹੜੀ ਨਾਲ ਨਾਲ ਚੱਲਣੀ ਹੈ। ਤੇ ਕੁਝ ਮੈਂ ਇਹ ਸੋਚਿਆ ਵੀ ਮੈਂ ਬਾਲ ਸਾਹਿਤ ਵੱਲ ਵੀ ਆਵਾਂ ਤੇ ਮੇਰਾ ਇਰਾਦਾ ਹੈ ਕਿ ਮੈਂ ਬਾਲ ਸਾਹਿਤ ਦੇ ਵੀ ਇੱਕ ਦੋ ਜਿਹੜੀਆਂ ਆਪਣੀਆਂ ਕਿਤਾਬਾਂ ਦੇਵਾਂ। ਬਾਕੀ ਇੱਦਾਂ ਹੀ ਚੱਲਦਾ ਰਹਿਣਾ ਤੇ ਸੋਚ ਰਹੇ ਹਾਂ ਕਿ ਅੱਗੇ ਅੱਗੇ ਜਿਵੇਂ ਜਿਵੇਂ ਟਾਈਮ ਲੱਗਦਾ ਜਾਊਗਾ ਤਾਂ YouTube ਤੇ ਵੀ ਆਪਣੇ ਜਿਹੜਾ ਚੈਨਲ ਹੋਰ ਆਪਣਾ ਪ੍ਰਮੋਸ਼ਨ ਜਿਹੜੀ ਉਹ ਗਜ਼ਲਾਂ ਵਗੈਰਾ ਦੀ ਜਾਂ ਆਪਣੇ ਲਿਖਤਾਂ ਦੀ ਕਰਨ ਵਿੱਚ ਆਪਣਾ ਯੋਗਦਾਨ ਦਿੰਦੀ ਰਹਾਂ। ਬਾਕੀ ਪਰਮਾਤਮਾ ਦੇ ਹੱਥ ਵਸ ਹੈ। ਡਾਕਟਰ ਸਾਹਿਬ ਜਿਵੇਂ ਜਿੱਦਾਂ ਚੱਲਦਾ ਚੱਲਦੇ ਰਹਾਂਗੇ। ਤੁਹਾਡੇ ਲਈ ਬਹੁਤ ਬਹੁਤ ਦੁਆਵਾਂ। ਤੁਹਾਡਾ ਸਫ਼ਰ ਇਸੇ ਤਰ੍ਹਾਂ ਮੁਸਲਸਲ ਚੱਲਦਾ ਰਹੇ ਤੇ ਤੁਸੀਂ ਪੰਜਾਬੀ ਸਾਹਿਤ ਨੂੰ ਪੰਜਾਬੀ ਪਾਠਕਾਂ ਨੂੰ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਗਜ਼ਲਾਂ, ਸੋਹਣੇ ਸੋਹਣੇ ਹਾਈਕੂ, ਗੀਤ, ਨਜ਼ਮਾਂ, ਬਾਲ ਸਾਹਿਤ ਦਿੰਦੇ ਰਹੋ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਤੋਂ ਅਲਵਿਦਾ ਲਈਏ, ਤੁਹਾਡਾ ਧੰਨਵਾਦ ਵੀ ਕਰਦੇ ਹਾਂ ਤੇ ਤੁਹਾਡਾ ਲਿਖਿਆ ਇੱਕ ਕਲਾਮ, ਤੁਹਾਡੇ ਲਿਖੇ ਕੁਝ ਬੋਲ ਹਰਵਿੰਦਰ ਹਬੀਬ ਹੋਰਾਂ ਦੀ ਆਵਾਜ਼ ਦੇ ਵਿੱਚ ਅਸੀਂ ਇਸ ਤੋਂ ਬਾਅਦ ਸੁਣਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਆਓ ਸੁਣਦੇ ਹਾਂ ਹਰਵਿੰਦਰ ਹਬੀਬ ਹੋਰਾਂ ਦੀ ਆਵਾਜ਼ ਦੇ ਵਿੱਚ ਰਾਜਵਿੰਦਰ ਕੌਰ ਜਟਾਣਾ ਹੋਰਾਂ ਦੀ ਬੋਲ।